Good morning, student. Today we will start the fourth chapter of intensive study. The name of the chapter Liberty and Discipline. This chapter is written by William Slim. Student, इस चैप्टर ਦੇ ਨਾਮ ਤੋਂ ਸਾਨੂੰ ਕਲੀਅਰ ਹੋ ਰਿਹਾ ਹੈਗਾ ਕਿ ਲਿਬਰਟੀ ਮੀਨਸ ਆਜ਼ਾਦੀ, ਡਿਸਿਪਲਿਨ ਮੀਨਸ ਅਨੁਸ਼ਾਸਨ। ਕਿ ਲਿਬਰਟੀ ਤੇ ਡਿਸਿਪਲਿਨ ਦਾ ਸਾਡੀ ਲਾਈਫ ਦੇ ਵਿੱਚ ਕੀ ਇੰਪੋਰਟੈਂਸ ਆ, ਲਿਬਰਟੀ ਤੇ ਡਿਸਿਪਲਿਨ ਦਾ ਆਪਸ ਵਿੱਚ ਕੀ ਰਿਲੇਸ਼ਨ ਆ। ਠੀਕ ਆ, ਲਿਬਰਟੀ ਦੇ ਨਾਲ ਡਿਸਿਪਲਿਨ ਕਿਉਂ ਜ਼ਰੂਰੀ ਆ, ਇਕੱਲੀ ਲਿਬਰਟੀ ਸਾਨੂੰ ਅਗਰ ਮਿਲ ਜਾਵੇ ਤਾਂ ਕੀ ਹੋ ਸਕਦਾ ਹੈ, ਅਗਰ ਡਿਸਿਪਲਿਨ ਨਾ ਹੋਵੇ ਤਾਂ ਕੀ ਹੋ ਸਕਦਾ ਹੈ। ਠੀਕ ਹੈ, ਇਹ ਸਾਰੀ ਚੀਜ਼ ਇਸ ਲੈਸਨ ਦੇ ਵਿੱਚ ਅਸੀਂ ਰੀਡ ਕਰਾਂਗੇ। ਸੋ ਲਿਸਨ ਐਂਡ ਵਾਚ ਦਿਸ ਵੀਡੀਓ ਵੈਰੀ ਅਟੈਂਟਿਵਲੀ। Liberty is the freedom to think what we like, say what we like, work at what we like and go where we like. Liberty ਦਾ ਮਤਲਬ ਕੀ ਹੈ ਰਾਜੇ ਕਿ ਇਹ ਇੱਕ ਆਜ਼ਾਦੀ ਆ ਕਿ ਸੋਚਣ ਦੀ ਜੋ ਅਸੀਂ ਪਸੰਦ ਕਰਦੇ ਹਾਂ, ਕਹਿਣ ਦੀ ਜੋ ਅਸੀਂ ਪਸੰਦ ਕਰਦੇ ਹਾਂ, ਕੰਮ ਕਰਨ ਦੀ ਜੋ ਅਸੀਂ ਪਸੰਦ ਕਰਦੇ ਹਾਂ ਅਤੇ ਜਾਣ ਦੀ ਜਿੱਥੇ ਅਸੀਂ ਜਾਣਾ ਪਸੰਦ ਕਰਦੇ ਹਾਂ। डिसिपलिन इज़ द ट्रेनिंग ऑफ माइंड एंड करैक्टर। डिसिपलिन आ जिहड़ा एक ट्रेनिंग आ माइंड दे ते करैक्टर दी। इट ट्रेन्स पीपल टू ओबे रूल्स एंड ऑर्डर एंड पनिशेस दैम इफ दे डोंट। डिसिपलिन का मतलब की आ कि एक रूल्स बनाने, ऑर्डर्स बनाने, अगर उन्होंने ह्यूमन बीइंग आ जिहड़े वो फॉलो नहीं करते तो उन्होंने सज़ा देनी। In short, discipline is the restraint on liberty. Discipline ਦਾ ਮਤਲਬ ਕੀ ਆ ਕਿ ਇਹ ਆਜ਼ਾਦੀ ਦੇ ਉੱਪਰ ਇੱਕ ਬੰਦਿਸ਼ ਆ। So man has a very natural inclination to avoid it. ਤਾਂ ਇਸ ਕਰਕੇ ਜਿਹੜਾ ਹਿਊਮਨ ਬੀਇੰਗ ਆ, ਇੱਕ ਆਦਮੀ ਆ, ਉਹਦੀ ਨੈਚੁਰਲ ਇੱਕ ਪ੍ਰਵਿਰਤੀ ਰਹੀ ਹੈ ਇਸ ਨੂੰ ਅਵੋਇਡ ਕਰਨ ਦੀ ਸ਼ੁਰੂ ਤੋਂ ਹੀ। But since ancient times man has no option but to accept it। ਪਰ ਕਹਿੰਦੇ ਪੁਰਾਤਨ ਟਾਈਮ ਤੋਂ ਹੀ ਜਿਹੜਾ ਹਿਊਮਨ ਬੀਇੰਗ ਆ ਉਹਨੂੰ ਇਸ ਨੂੰ ਐਕਸੈਪਟ ਕਰਨ ਤੋਂ ਬਿਨਾਂ ਉਹਦੇ ਕੋਲ ਹੋਰ ਕੋਈ ਆਪਸ਼ਨ ਨਹੀਂ ਸੀ। ਇਫ ਐਵਰੀਬਡੀ ਡਿਡ ਵਟ ਹੀ ਵਾਂਟਡ ਦੇਅਰ ਵੁੱਡ ਬੀ ਕੰਪਲੀਟ ਡਿਸਆਰਡਰ ਇਨ ਦਾ ਵਰਲਡ। ਅਗਰ ਹਰ ਕੋਈ ਆ ਜਿਹੜਾ ਉਹ ਉਹੀ ਕੰਮ ਕਰੇ ਜੋ ਉਹ ਚਾਹੁੰਦਾ ਹੈ ਤਾਂ ਹਰ ਪਾਸੇ ਅਰਾਜਕਤਾ ਫੈਲ ਜਾਵੇਗੀ ਸੰਸਾਰ ਦੇ ਵਿੱਚ। देयर वुड बी द लॉ ऑफ जंगल। ਤਾਂ ਇੱਥੇ ਸਿਰਫ ਇੱਕ ਜੰਗਲ ਦਾ ਲਾ ਬਣ ਕੇ ਹੀ ਰਹਿ ਜੂਗਾ, ਮਤਲਬ ਕਿ ਇਹ ਜਾਨਵਰਾਂ ਦਾ ਕਾਨੂੰਨ ਬਣ ਕੇ ਰਹਿ ਜੂਗਾ ਸਾਰਾ ਕੁਛ। From all the history we have learned that whenever the sense of order or discipline fades in a nation, its economic life declines। ਅਸੀਂ ਕਹਿੰਦੇ ਹਿਸਟਰੀ ਤੋਂ ਕੀ ਸਿੱਖਿਆ ਹੈ ਕਿ ਜਦੋਂ ਇੱਕ ਵਿਵਸਥਾ ਕਰਨੀ ਜਾਂ ਕਹਿ ਸਕਦੇ ਆਰਡਰ ਦੇਣਾ ਜਾਂ ਡਿਸਿਪਲਿਨ ਆ ਜਿਹੜਾ ਉਹ ਖਤਮ ਹੋ ਜਾਂਦਾ ਹੈ ਤਾਂ ਉਸ ਟਾਈਮ ਦੇਸ਼ ਦੀ ਜਿਹੜੀ ਆਰਥਿਕ ਹਾਲਤ ਆ ਉਹਦਾ ਵੀ ਪਤਨ ਹੋ ਜਾਂਦਾ ਹੈ। ਇਟਸ ਸਟੈਂਡਰਡ ਆਫ ਲਿਵਿੰਗ ਫਾਲਸ ਐਂਡ ਇਟਸ ਸਿਕਿਉਰਿਟੀ ਵੈਨਿਸ਼ਿਜ਼। ਇਹਦਾ ਜਿਹੜਾ ਲਿਵਿੰਗ ਸਟੈਂਡਰਡ ਆ ਉਹ ਬਿਲਕੁਲ ਗਿਰ ਜਾਂਦਾ ਹੈ ਅਤੇ ਜਿਹੜੀ ਇਹਦੀ ਸਿਕਿਉਰਿਟੀ ਆ ਉਹ ਖਤਮ ਹੋ ਜਾਂਦੀ ਆ। ਦੈਨ ਦ ਨੇਸ਼ਨ ਗੋਜ਼ ਇਨ ਟੂ ਦ ਹੈਂਡਸ ਆਫ ਆਈਦਰ ਸਮ ਮੋਰ ਵਾਇਰਲ ਮਿਲੀਟੈਂਟ ਪਾਵਰ ਔਰ ਆ ਡਿਕਟੇਟਰ। ਤਾਂ ਫਿਰ ਕੀ ਆ ਜਿਹੜਾ ਨੇਸ਼ਨ ਹੁੰਦਾ ਜਾਂ ਤਾਂ ਕਿਸੇ ਕਹਿ ਸਕਦੇ ਹਾਂ ਤਾਕਤਵਰ ਜਿਹੜੀ ਮਿਲੀਟੈਂਟ ਪਾਵਰ ਹੁੰਦੀ ਹੈਗੀ ਕਿਸੇ ਲੜਾਕੂ ਦੇ ਹੱਥ ਵਿੱਚ ਚਲੀ ਜਾਂਦੀ ਹੈਗੀ, ਜਾਂ ਫਿਰ ਕੀ ਆ ਕਿਸੇ ਡਿਕਟੇਟਰ ਦੇ ਹੱਥ ਵਿੱਚ, ਤਾਨਾਸ਼ਾਹੀ ਦੇ ਹੱਥ ਵਿੱਚ ਚਲੀ ਜਾਂਦੀ ਆ। ਦੈਨ ਬੋਥ ਆਫ ਦੈਮ ਇੰਪੋਜ਼ਸ ਦੇਅਰ ਓਨ ਬ੍ਰੈਂਡ ਆਫ ਡਿਸਿਪਲਿਨ। ਤਾਂ ਫਿਰ ਕੀ ਆ ਦੋਨੋਂ ਹੀ ਕਹਿੰਦੇ ਆਪਣੇ ਜਿਹੜੇ ਬ੍ਰੈਂਡ ਆ ਕਹਿ ਸਕਦੇ ਆ ਆਪਣੇ ਅਕੋਰਡਿੰਗ ਆ ਜਿਹੜਾ ਡਿਸਿਪਲਿਨ ਉਹ ਚਲਾਉਂਦੇ ਆ। ਸਮ ਹਾਓ ਇਵੈਂਚੁਅਲੀ ਡਿਸਿਪਲਿਨ ਇਜ਼ ਅਗੇਨ ਇਨਫੋਰਸਡ। ਤਾਂ ਫਿਰ ਕੀ ਆ ਜਿਹੜਾ ਡਿਸਿਪਲਿਨ ਆ ਉਹ ਦੁਬਾਰਾ ਤੋਂ ਥੋਪਿਆ ਜਾਂਦਾ ਹੈ। ਨਾਓ ਦਾ ਕੁਐਸਚਨ ਇਜ਼ ਨਾਟ ਸ਼ੈਲ ਵੀ ਐਕਸੈਪਟ ਡਿਸਿਪਲਿਨ। ਕਹਿੰਦੇ ਹੁਣ ਕੁਐਸਚਨ ਇਹ ਨਹੀਂ ਉੱਠਦਾ ਕਿ ਅਸੀਂ ਇਸ ਡਿਸਿਪਲਿਨ ਨੂੰ ਕਿਵੇਂ ਐਕਸੈਪਟ ਕਰਾਂਗੇ, ਕੀ ਅਸੀਂ ਇਸ ਡਿਸਿਪਲਿਨ ਨੂੰ ਐਕਸੈਪਟ ਕਰਨਾ ਪਵੇਗਾ ਸਾਨੂੰ। ਸੋਨਰ ਔਰ ਲੇਟਰ ਵੀ ਹੈਵ ਟੂ ਐਕਸੈਪਟ ਇਟ। ਕਹਿੰਦੇ ਜਲਦੀ ਨਾਲ ਜਾਂ ਬਾਅਦ ਵਿੱਚ ਸਾਨੂੰ ਇਸ ਨੂੰ ਐਕਸੈਪਟ ਤਾਂ ਜ਼ਰੂਰ ਕਰਨਾ ਪਵੇਗਾ। ਸੋ ਦਾ ਕੁਐਸਚਨ ਇਜ਼ ਹਾਊ ਸ਼ੈਲ ਵੀ ਐਕਸੈਪਟ ਇਟ। ਤਾਂ ਹੁਣ ਕੁਐਸਚਨ ਇਹ ਉੱਠਦਾ ਹੈ ਕਿ ਅਸੀਂ ਇਸ ਨੂੰ ਐਕਸੈਪਟ ਸਵੀਕਾਰ ਕਿਸ ਤਰ੍ਹਾਂ ਕਰਨਾ ਹੈ। ਸ਼ੈਲ ਇਟ ਬੀ ਇੰਪੋਜ਼ਡ ਬਾਈ ਫਿਜ਼ੀਕਲ ਵਾਇਲੈਂਸ ਐਂਡ ਫੀਅਰ ਆਫ ਐਕਸੈਪਟਡ ਬਾਈ ਕੰਸੈਂਟ ਐਂਡ ਅੰਡਰਸਟੈਂਡਿੰਗ।
ਹੁਣ ਕੁਐਸਚਨ ਇਹ ਉੱਠਦਾ ਹੈ ਕਿ ਕੀ ਇਹ ਸਾਡੇ ਤੇ ਫਿਜ਼ੀਕਲ ਵਾਇਲੈਂਸ ਦੇ ਤੌਰ ਤੇ ਥੋਪਿਆ ਜਾਵੇਗਾ ਜਾਂ ਫਿਰ ਅਸੀਂ ਇਸ ਨੂੰ ਡਰ ਕੇ ਜਾਂ ਆਪਸੀ ਕਹਿ ਸਕਦੇ ਹਾਂ ਸਮਝਦਾਰੀ ਨਾਲ ਭਾਈਚਾਰੇ ਦੀ ਭਾਵਨਾ ਨਾਲ ਇਸ ਨੂੰ ਐਕਸੈਪਟ ਕਰ ਲਵਾਂਗੇ। However, the discipline imposed forcibly is not discipline। ਕਹਿੰਦੇ ਡਿਸਿਪਲਿਨ ਜਿਹੜਾ ਕਿ ਇੱਕ ਫੋਰਸ ਕਰਕੇ ਥੋਪਿਆ ਜਾਂਦਾ ਹੈ ਉਹ ਡਿਸਿਪਲਿਨ ਨਹੀਂ ਹੁੰਦਾ। That is dictatorship। ਤਾਂ ਉਹ ਇੱਕ ਤਾਨਾਸ਼ਾਹੀ ਹੁੰਦੀ ਹੈ। The discipline that comes from our inside is pure discipline। ਉਹ ਡਿਸਿਪਲਿਨ ਜਿਹੜਾ ਸਾਡੇ ਅੰਦਰੋਂ ਮਨ ਤੋਂ ਜਿਹੜਾ ਸਾਡੇ ਡਿਸਿਪਲਿਨ ਆਉਂਦਾ ਹੈ, ਸਾਨੂੰ ਖੁਦ ਨੂੰ ਸਮਝ ਆਉਂਦੀ ਹੈ ਉਸ ਚੀਜ਼ ਦੀ, ਉਸ ਨੂੰ ਪਿਓਰ ਡਿਸਿਪਲਿਨ ਕਹਿੰਦੇ ਆ। Here the writer describes an incident when he was a brand new second lieutenant। ਤਾਂ ਹੁਣ ਰਾਈਟਰ ਇੱਕ ਕਹਿ ਸਕਦੇ ਹਾਂ ਵੀ ਆਪਣਾ ਇੱਕ ਗੱਲ ਆ, ਉਹ ਇੰਸੀਡੈਂਟ ਆ, ਘਟਨਾ ਜਿਹੜੀ ਉਹ ਸ਼ੇਅਰ ਕਰਨੀ ਚਾਹੁੰਦਾ ਹੈ ਸਾਡੇ ਨਾਲ ਕਿ ਜਦੋਂ ਉਹ ਨਵਾਂ ਇੱਕ ਸੈਕੰਡ ਲੈਫਟੀਨੈਂਟ ਬਣਿਆ ਸੀਗਾ। Once he was walking on a parade। ਇੱਕ ਵਾਰ ਕੀ ਆ ਉਹ ਪਰੇਡ ਦੇ ਵਿੱਚ ਜਾ ਰਿਹਾ ਸੀਗਾ, ਪਰੇਡ ਦੇ ਨਾਲ ਜਾ ਰਿਹਾ ਸੀਗਾ। A private soldier passed him and saluted him। ਇੱਕ ਪ੍ਰਾਈਵੇਟ ਸੋਲਜਰ ਆ ਜਿਹੜਾ ਉਹਦੇ ਕੋਲ ਦੀ ਗੁਜ਼ਰਿਆ ਤੇ ਉਸਨੇ ਉਹਨਾਂ ਨੂੰ ਸਲੂਟ ਮਾਰੀ। The writer acknowledged his salute with an airy wave of the hand। ਤਾਂ ਰਾਈਟਰ ਨੇ ਉਸ ਦੀ ਸਲੂਟ ਦਾ ਜਿਹੜਾ ਆਨਸਰ ਆ ਬਿਲਕੁਲ ਇੱਕ ਏਅਰੀ ਵੇਵ ਦੇ ਵਿੱਚ, ਬਸ ਹਵਾ ਦੇ ਵਿੱਚ ਮਤਲਬ ਜਿਵੇਂ ਹੱਥ ਮਾਰਿਆ ਉਸ ਤਰ੍ਹਾਂ ਉਹਨੇ ਆਨਸਰ ਦਿੱਤਾ। Just then his colonel came there along with the regimental sergeant major। ਤਾਂ ਨਾਲ ਹੀ ਉਹਨਾਂ ਦਾ ਜਿਹੜਾ ਕਰਨਲ ਸੀਗਾ ਉਹ ਉੱਥੇ ਆਇਆ। ਉਹ ਕਿਹਦੇ ਨਾਲ ਜਾ ਰਿਹਾ ਸੀਗਾ? ਰੈਜੀਮੈਂਟਲ ਸਰਜਨ ਮੇਜਰ ਦੇ ਨਾਲ ਜਾ ਰਿਹਾ ਸੀ। He rebuked the writer for not returning a salute properly। ਤਾਂ ਉਹਨਾਂ ਨੇ ਰਾਈਟਰ ਨੂੰ ਬਹੁਤ ਹੀ ਜ਼ਿਆਦਾ ਝਿੜਕਿਆ ਕਿ ਉਹਨਾਂ ਨੇ ਪ੍ਰੋਪਰਲੀ ਸਲੂਟ ਦਾ ਆਨਸਰ ਆ ਜਿਹੜਾ ਉਹ ਨਹੀਂ ਦਿੱਤਾ। He punished the writer for this। ਉਹਨਾਂ ਨੇ ਸਜ਼ਾ ਵੀ ਦਿੱਤੀ ਇਸ ਦੇ ਲਈ ਰਾਈਟਰ ਨੂੰ। He said the major। ਉਹਨਾਂ ਨੇ ਮੇਜਰ ਨੂੰ ਕੀ ਕਿਹਾ ਕਿ plant your staff in the ground and let Mr. Salim practice until he does not know to return a salute। ਤਾਂ ਉਹਨਾਂ ਨੇ ਮੇਜਰ ਨੂੰ ਕਿਹਾ ਕਿ ਉਹ ਆਪਣਾ ਜਿਹੜਾ ਡੰਡਾ ਹੈਗਾ ਉਹਨੂੰ ਗਰਾਊਂਡ ਦੇ ਵਿੱਚ ਗੱਡ ਦੇਣ ਤੇ ਮਿਸਟਰ ਸਲੀਮ ਨੂੰ ਪ੍ਰੈਕਟਿਸ ਕਰਨ ਦੇਣ ਜਿੰਨਾ ਟਾਈਮ ਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਜਿਹੜੀ ਸਲੂਟ ਜਦੋਂ ਤੁਹਾਨੂੰ ਕੋਈ ਮਾਰਦਾ ਹੈਗਾ ਤਾਂ ਉਸ ਦਾ ਰਿਟਰਨ 'ਚ ਆਨਸਰ ਕਿਸ ਤਰ੍ਹਾਂ ਦਿੱਤਾ ਜਾਂਦਾ ਹੈ। After about 10 minutes he called the writer up to him and said। ਤਾਂ ਕਹਿੰਦੇ 10 ਮਿੰਟ ਦੇ ਬਾਅਦ ਉਹਨਾਂ ਨੇ ਰਾਈਟਰ ਨੂੰ ਆਪਣੇ ਕੋਲ ਬੁਲਾਇਆ ਤੇ ਉਸ ਨੂੰ ਕਿਹਾ now remember। ਤਾਂ ਹੁਣ ਯਾਦ ਰੱਖੋ discipline begins with the officer। ਮੋਸਟ ਇੰਪੋਰਟੈਂਟ ਲਾਈਨ ਆ ਰਾਜੇ ਇਹ ਕਿ ਜਿਹੜਾ ਡਿਸਿਪਲਿਨ ਆ ਉਹ ਕਿੱਥੋਂ ਸ਼ੁਰੂ ਹੁੰਦਾ ਹੈਗਾ? ਆਫਿਸਰਸ ਤੋਂ ਸ਼ੁਰੂ ਹੁੰਦਾ ਹੈ। If a man hold a position of authority he must impose discipline on himself first। ਕਹਿੰਦੇ ਅਗਰ ਕੋਈ ਜਿਹੜਾ ਪਰਸਨ ਆ, ਕੋਈ ਮੈਨ ਆ, ਉਹ ਕੋਈ ਪੋਜੀਸ਼ਨ ਹੋਲਡ ਕਰ ਰਿਹਾ ਹੈ ਅਥਾਰਟੀ ਦੀ, ਤਾਂ ਉਸ ਨੂੰ ਸਭ ਤੋਂ ਪਹਿਲਾਂ ਡਿਸਿਪਲਿਨ ਆ ਉਹ ਆਪਣੇ ਉੱਪਰ ਹੀ ਮਤਲਬ ਇੰਪੋਜ਼ ਕਰਨਾ ਚਾਹੀਦਾ ਹੈ। It is sure true that if he gives order they will be obeyed। ਕਹਿੰਦੇ ਇਹ ਤਾਂ ਸ਼ੋਰ ਹੀ ਆ ਵੀ ਸੱਚ ਆ ਵੀ ਜਦੋਂ ਉਹ ਆਰਡਰ ਦੇਊਗਾ ਤਾਂ ਉਹ ਓਬੇ ਕਰਨਗੇ। But he should keep in mind that B can build up a leadership of his team on the discipline of understanding only। ਤਾਂ ਕਹਿੰਦੇ ਉਸ ਨੂੰ ਇਹ ਚੀਜ਼ ਆ ਜਿਹੜੀ ਆਪਣੇ ਮਾਈਂਡ ਦੇ ਵਿੱਚ ਰੱਖਣੀ ਚਾਹੀਦੀ ਆ ਕਿ ਲੀਡਰਸ਼ਿਪ ਵੀ ਜਿਹੜੀ ਲੀਡਰਸ਼ਿਪ ਕਰਨੀ ਆ ਤੁਸੀਂ ਟੀਮ ਦੇ ਉੱਪਰ ਉਹ ਵੀ ਡਿਸਿਪਲਿਨ ਆਫ ਜਿਹੜੀ ਸਮਝਦਾਰੀ ਵਾਲਾ ਡਿਸਿਪਲਿਨ ਆ ਉਸ ਦੇ ਅਕੋਰਡਿੰਗ ਹੀ ਕਰ ਸਕਦੇ ਆ। ਇਨ ਆਰਡਰ ਟੂ ਇਨਕਲਕੇਟ ਅ ਸੈਂਸ ਆਫ ਡਿਸਿਪਲਿਨ in his subordinates an officer must first realize his own responsibility। ਤਾਂ ਇੱਥੇ ਜਿਹੜਾ ਰਾਈਟਰ ਆ ਉਹ ਕੀ ਕਹਿ ਰਿਹਾ ਹੈਗਾ ਕਿ ਜਦੋਂ ਡਿਸਿਪਲਿਨ ਆ ਜਿਹੜਾ ਤੁਸੀਂ ਆਪਣੇ ਸਬੋਰਡੀਨੇਟ ਜਾਂ ਆਪਣੇ ਕਹਿ ਸਕਦੇ ਕੰਮ ਕਰਨ ਵਾਲਿਆਂ ਦੇ ਵਿੱਚ ਉਹਨਾਂ ਦਾ ਸੰਚਾਰ ਕਰਨਾ ਹੈ ਤਾਂ ਇੱਕ ਆਫਿਸਰ ਦੇ ਲਈ ਜ਼ਰੂਰੀ ਹੈ ਕਿ ਪਹਿਲਾਂ ਉਹਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਖੁਦ ਹੋਣਾ ਚਾਹੀਦਾ ਹੈ। He must display high standard of discipline in his own life। ਤਾਂ ਉਸ ਨੂੰ ਆਪਣਾ ਹਾਈ ਲੈਵਲ ਦਾ ਡਿਸਿਪਲਿਨ ਆ ਜਿਹੜਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਖੁਦ ਦੀ ਲਾਈਫ ਦੇ ਵਿੱਚ ਦਿਖਾਉਣਾ ਚਾਹੀਦਾ ਹੈ। Only then
his teaching on his instruction have an effect on his subordinates। ਤਾਂ ਹੀ ਉਹ ਆਪਣੀ ਟੀਚਿੰਗ ਜਾਂ ਆਪਣੀ ਇੰਸਟਰਕਸ਼ਨ ਆ ਉਹਨਾਂ ਦਾ ਇਫੈਕਟ ਆਪਣੇ ਸਬੋਰਡੀਨੇਟ ਜਾਂ ਆਪਣੇ ਕਰਮਚਾਰੀਆਂ ਦੇ ਉੱਪਰ ਅੱਛੀ ਤਰ੍ਹਾਂ ਪਾ ਸਕਦਾ ਹੈ। ਨੋ ਡਾਊਟ ਡਿਸਿਪਲਿਨ ਪੁੱਟ ਸਮ ਚੈੱਕ ਔਨ ਆਵਰ ਫਰੀडम। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਡਿਸਿਪਲਿਨ ਆ ਜਿਹੜਾ ਕੁਝ ਚੈੱਕਸ ਜਾਂ ਕਹਿ ਸਕਦੇ ਪਾਬੰਦੀਆਂ ਸਾਡੀ ਫਰੀडम ਦੇ ਉੱਪਰ ਲਗਾਉਂਦਾ ਹੈ, ਬਟ ਇਟ ਡਜ਼ ਨਾਟ ਕੱਟ ਡਾਊਨ ਇੰਡੀਵਿਜੂਅਲ ਫਰੀडम। ਤਾਂ ਕਹਿੰਦੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਸਾਡੀ ਜਿਹੜੀ ਫਰੀडम ਆ ਨਿੱਜੀ ਫਰੀडम ਆ ਉਹਨੂੰ ਬਿਲਕੁਲ ਕੱਟ ਡਾਊਨ ਕਰ ਦਿੰਦਾ ਹੈ। ਇਨਫੈਕਟ ਇਟ ਇਜ਼ ਦਾ ਫਾਊਂਡੇਸ਼ਨ ਆਫ ਆਲ ਫਰੀडम। ਅਸਲ ਦੇ ਵਿੱਚ ਇਹਦਾ ਮਤਲਬ ਕੀ ਆ ਵੀ ਇਹ ਤਾਂ ਇੱਕ ਨੀਂਹ ਰੱਖਦਾ ਹੈਗਾ, ਫਾਊਂਡੇਸ਼ਨ ਆ ਸਾਰੀ ਫਰੀडम ਦੀ। ਇਟ ਮੇਕਸ ਮੈਨ ਟਰੂਲੀ ਫਰੀ। ਇਹ ਹਿਊਮਨ ਬੀਇੰਗ ਆ ਜਿਹੜੇ ਉਹਨਾਂ ਨੂੰ ਅਸਲ ਦੇ ਵਿੱਚ ਫਰੀ ਬਣਾਉਂਦਾ ਹੈ। It enable man to live in a community and yet retain individual liberty। ਇਹ ਕੀ ਆ ਆਦਮੀ ਨੂੰ ਇੱਕ ਕਮਿਊਨਿਟੀ ਦੇ ਵਿੱਚ ਵਿਚਰਨਾ ਰਹਿਣਾ ਸਿਖਾਉਂਦਾ ਹੈ ਤਾਂ ਕਿ ਉਹਦੀ ਨਿੱਜੀ ਲਿਬਰਟੀ ਆ ਨਿੱਜੀ ਸੁਤੰਤਰਤਾ ਜਿਹੜੀ ਹੈਗੀ ਉਸ ਨੂੰ ਮਿਲ ਸਕੇ। ਸੋ ਇਟ ਇਜ਼ ਨਾਟ ਐਟ ਆਲ derogatory for any man or woman। ਇਹ ਕੀ ਹੈ ਕਿਸੇ ਵੀ ਮੈਨ ਜਾਂ ਵੂਮੈਨ ਦੇ ਲਈ ਅਪਮਾਨਜਨਕ ਵਾਲੀ ਗੱਲ ਨਹੀਂ ਹੈਗੀ, ਰੈਦਰ ਇਟ ਇਜ਼ ਇਨੋਬਲਿੰਗ। ਇਹ ਤਾਂ ਉਹਨਾਂ ਨੂੰ ਮਹਾਨ ਬਣਾਉਂਦਾ ਹੈ। ਵਿਦਆਊਟ ਡਿਸਿਪਲਿਨ ਨੋ ਨੇਸ਼ਨ ਕੈਨ ਓਵਰਕਮ ਐਨੀ ਇਕਨੋਮਿਕ ਔਰ ਮਿਲਟਰੀ ਕ੍ਰਾਈਸਿਸ। ਡਿਸਿਪਲਿਨ ਤੋਂ ਬਿਨਾਂ ਕੋਈ ਵੀ ਨੇਸ਼ਨ ਆ ਜਿਹੜਾ ਆਪਣੀ ਇਕਨੋਮਿਕ ਆਰਥਿਕ ਅਤੇ ਮਿਲਟਰੀ ਜਿਹੜੇ ਸੰਕਟ ਆ ਉਸ ਤੋਂ ਬਚ ਨਹੀਂ ਸਕਦਾ, ਉਹਨੂੰ ਸੋਲਵ ਨਹੀਂ ਕਰ ਸਕਦਾ। ਡੈਮੋਕ੍ਰੇਸੀ ਮੀਨਸ ਦੈਟ ਰਿਸਪੋਂਸੀਬਿਲਿਟੀ ਇਜ਼ ਡੀਸੈਂਟਰਲਾਈਜ਼ਡ। ਡੈਮੋਕ੍ਰੇਸੀ ਦਾ ਮਤਲਬ ਕੀ ਆ ਕਿ ਜ਼ਿੰਮੇਵਾਰੀਆਂ ਦਾ ਵਿਕੇਂਦਰੀਕਰਨ ਕੀਤਾ ਜਾਵੇ। ਐਂਡ ਨੋ ਵਨ ਕੈਨ ਅਵੋਇਡ ਡੂਇੰਗ ਸਮਥਿੰਗ। ਅਤੇ ਕੋਈ ਵੀ ਆ ਜਿਹੜਾ ਉਸ ਚੀਜ਼ ਨੂੰ ਮਤਲਬ ਕਿਸੇ ਵੀ ਕੰਮ ਨੂੰ ਅਵੋਇਡ ਨਾ ਕਰੇ ਜੋ ਵੀ ਉਹਨਾਂ ਨੂੰ ਦਿੱਤਾ ਗਿਆ ਹੈ। ਅਵੋਇਡ ਸਮਥਿੰਗ ਹੀ ਸ਼ੁੱਡ ਡੂ, ਜੋ ਉਸ ਨੂੰ ਕਰਨਾ ਚਾਹੀਦਾ ਹੈ। ਬਟ ਇਟ ਇਜ਼ ਵੈਰੀ ਸੈਡ ਦੈਟ ਮੈਨੀ ਆਫ ਅਸ ਸ਼ਰਕ ਦੇਅਰ ਸ਼ੇਅਰ ਆਫ ਵਰਕ। ਪਰ ਸਾਡੇ ਵਿੱਚੋਂ ਬਹੁਤ ਸਾਰੇ ਇਸ ਤਰ੍ਹਾਂ ਦੇ ਆ, ਤਾਂ ਇਹ ਬਹੁਤ ਮਤਲਬ ਦੁੱਖ ਦੀ ਗੱਲ ਆ ਕਿ ਸਾਡੇ ਵਿੱਚੋਂ ਬਹੁਤ ਸਾਰੇ ਇਸ ਤਰ੍ਹਾਂ ਦੇ ਆ ਜਿਹੜੇ ਕਿ ਆਪਣੇ ਡਿਊਟੀ ਹੈ ਜਿਹੜੀ ਜਾਂ ਜਿਹੜੇ ਕੰਮ ਉਹਨਾਂ ਨੂੰ ਦਿੱਤੇ ਗਏ ਹੁੰਦੇ ਆ ਉਹਨਾਂ ਤੋਂ ਜੀ ਚੁਰਾਉਂਦੇ ਆ। ਇਫ ਐਵਰੀ ਵਨ ਆਫ ਅਸ ਰੀਅਲੀ ਵਰਕਸ ਵੀ ਕੈਨ ਓਵਰਕਮ ਐਨੀ ਸੋਰਟ ਆਫ ਕ੍ਰਾਈਸਿਸ। ਕਹਿੰਦੇ ਅਗਰ ਸਾਡੇ ਵਿੱਚੋਂ ਸਾਰੇ ਜਾਣੇ ਆਪਣਾ ਜੋ ਵੀ ਉਹਨਾਂ ਨੂੰ ਡਿਊਟੀ ਮਿਲਦੀ ਆ ਉਹ ਆਪਣੇ ਆਪ ਕਰਨਗੇ ਤਾਂ ਕਿਸੇ ਵੀ ਤਰ੍ਹਾਂ ਦੇ ਸੰਕਟ ਦੇ ਵਿੱਚੋਂ ਅਸੀਂ ਆਸਾਨੀ ਦੇ ਨਾਲ ਲੰਘ ਸਕਦੇ ਹਾਂ, ਉਸ ਨੂੰ ਪਾਰ ਕਰ ਸਕਦੇ ਹਾਂ। ਬਟ ਆਲ ਦੈਟ ਟੇਕਸ ਡਿਸਿਪਲਿਨ। ਪਰ ਇਹ ਸਭ ਕੁਛ ਡਿਸਿਪਲਿਨ ਦੇ ਦੁਆਰਾ ਹੀ ਹੋ ਸਕਦਾ ਹੈ। ਪਿਓਰ ਡਿਸਿਪਲਿਨ ਜਿਹੜਾ ਕਿ ਪਿਓਰ ਡਿਸਿਪਲਿਨ ਹੁੰਦਾ ਹੈ ਦੈਟ ਕਮਸ ਫਰੋਮ ਇਨਸਾਈਡ ਜਿਹੜਾ ਕਿ ਸਾਡੇ ਅੰਦਰੋਂ ਆਉਂਦਾ ਹੈ। ਵੀ ਥਿੰਕ ਮੋਰ ਆਫ ਲਿਬਰਟੀ ਦੈਨ ਆਫ ਰਿਸਪੋਂਸੀਬਿਲਿਟੀ। ਅਸੀਂ ਕੀ ਆ ਰਿਸਪੋਂਸੀਬਿਲਿਟੀ ਨਾਲੋਂ ਜ਼ਿਆਦਾ ਲਿਬਰਟੀ ਆਜ਼ਾਦੀ ਦੇ ਬਾਰੇ ਸੋਚਦੇ ਹਾਂ। ਵੀ should always keep in mind that we can never get anything without paying something for it। ਕਹਿੰਦੇ ਸਾਨੂੰ ਆਪਣੇ ਮਾਈਂਡ ਦੇ ਵਿੱਚ ਇੱਕ ਗੱਲ ਜ਼ਰੂਰ ਰੱਖਣੀ ਚਾਹੀਦੀ ਆ ਕਿ ਅਸੀਂ ਕੁਛ ਵੀ ਆਸਾਨੀ ਦੇ ਨਾਲ ਨਹੀਂ ਮਤਲਬ ਇੰਨੀ ਜਲਦੀ ਨਹੀਂ ਪਾ ਸਕਦੇ। ਕੁਛ ਵੀ ਪਾਉਣ ਦੇ ਲਈ ਸਾਨੂੰ ਕੀ ਹੈ ਉਹਦੇ ਲਈ ਕੁਛ ਨਾ ਕੁਛ ਪੇ ਜ਼ਰੂਰ ਕਰਨਾ ਪੈਂਦਾ ਹੈ, ਕੀਮਤ ਕੁਛ ਨਾ ਕੁਛ ਜ਼ਰੂਰ ਚੁਕਾਉਣੀ ਪੈਂਦੀ ਹੈ। ਐਂਡ ਇਨ ਦਿਸ ਕੇਸ ਲਿਬਰਟੀ ਇਜ਼ ਨੋ ਐਕਸੈਪਸ਼ਨ। ਅਤੇ ਇਹੀ ਕੇਸ ਲਿਬਰਟੀ ਦੇ ਕੇਸ ਦੇ ਵਿੱਚ ਵੀ ਕੋਈ ਅਪਵਾਦ ਨਹੀਂ ਹੈ। ਵੀ ਕੈਨ ਹੈਵ ਡਿਸਿਪਲਿਨ ਵਿਦਾਊਟ ਲਿਬਰਟੀ। ਸਾਡੇ ਕੋਲ ਡਿਸਿਪਲਿਨ ਹੈਗਾ ਲਿਬਰਟੀ ਤੋਂ ਬਿਨਾਂ, ਬਟ ਵੀ ਕੈਨ ਨਾਟ ਹੈਵ ਲਿਬਰਟੀ ਵਿਦਾਊਟ ਡਿਸਿਪਲਿਨ। ਪਰ ਸਾਡੇ ਕੋਲ ਡਿਸਿਪਲਿਨ ਤੋਂ ਬਿਨਾਂ ਸਾਨੂੰ ਲਿਬਰਟੀ ਹੈ ਜਿਹੜੀ ਉਹ ਨਹੀਂ ਮਿਲ ਸਕਦੀ। ਰਾਜੇ ਮੋਸਟ ਇੰਪੋਰਟੈਂਟ ਲਾਈਨ ਆ, ਜ਼ਰੂਰ ਧਿਆਨ ਨਾਲ ਸੁਣਨਾ ਕਿ ਵੀ ਕੈਨ ਹੈਵ ਡਿਸਿਪਲਿਨ ਵਿਦਾਊਟ ਲਿਬਰਟੀ ਬਟ ਵੀ ਕੈਨ ਨਾਟ ਹੈਵ ਲਿਬਰਟੀ ਵਿਦਾਊਟ ਡਿਸਿਪਲਿਨ। ਠੀਕ ਹੈ। ਸੋ ਸਟੂਡੈਂਟ ਜਿਹੜਾ ਲੈਸਨ ਆਪਣਾ ਕੰਪਲੀਟ ਹੋ ਗਿਆ ਸਮਰੀ ਦੀ। If you have any doubt you can ask me. Thank you very much.